ਕਿੱਦਾਂ ਦਾ ਨਿਆਂ ਚਾਹੁੰਦੇ ਤੁਸੀਂ? मैं तो यही चाहूँगी मौत की सज़ा मौत ही होनी चाहिए जी। मेरे हस्बैंड ने कदे चाह नहीं सी पीती, उन्होंने सलवास किवें पीती होगी तुसीं कदे अंदाजा ला सकदे हो। बेटा छोटा सीगा, +2 कीती सी, बेटी आ ਉਹਨੇ ਵੀ ਉਹ ਵੀ ਕੀ ਕਰੇ, ਇੱਕਦਮ ਜਿਹਦੇ ਪਰਿਵਾਰ ਤੇ 5 ਮਿੰਟ ਸਭ ਖਤਮ ਹੋ ਜਾਂਦਾ, ਉਹਦੇ ਲਈ ਬਹੁਤ ਔਖਾ ਹੁੰਦਾ। ਰਾਤ ਨੂੰ ਫਿਰ ATC ਨੇ ਮੇਰੀ ਬੇਟੀ ਤੋਂ ਵਾਸ਼ਰੂਮ ਤੋਂ ਆਏ ਸਾਰੇ ਕਿ ਵਾਸ਼ਰੂਮ ਧੋ ਦੇ ਵੀ ਇਹ ਨਾ ਲੱਗੇ ਪੋਇਜ਼ਨ ਖਾਦੀ ਆ। ਉਹ ਮਾਮਲੇ ਨੂੰ ਵੀ ਦਬਾਉਣ ਦੀ ਕੋਸ਼ਿਸ਼ ਕੀਤੀ ਗਈ? ਸਭ ਥਾਂ ਹੀ ਦਬਾਇਆ ਜੀ ਸਾਨੂੰ ਤਾਂ। ਜੇ ਮੈਂ ਅੱਜ ਵਰਗੀ ਹੁੰਦੀ ਨਾ, ਮੈਂ ਇਕੱਲੀ ਬਹੁਤ ਸੀ, ਉਦੋਂ ਮੈਨੂੰ ਪਤਾ ਕੁਝ ਨਹੀਂ ਸੀ। ਹੁਣ ਤਾਂ 15 ਸਾਲਾਂ 'ਚ ਮੈਂ ਬਹੁਤ ਕੁਝ ਸਿੱਖ ਗਈ। 15 ਸਾਲ ਬਾਅਦ ਏਡੀ ਵੱਡੀ ਹਾਦਸਾ ਹੋਇਆ ਤੇ 3 ਸਾਲ ਦੀ ਸਜ਼ਾ, ਉਹ ਤੁਹਾਨੂੰ ਕਿੱਦਾਂ, ਹੁਣ ਤੁਸੀਂ ਅੱਗੇ ਕੀ ਕਾਰਵਾਈ ਕੀਤੀ? ਅੱਗੇ ਮੈਂ ਹਾਈ ਕੋਰਟ ਕੇਸ ਪਾਇਆ ਜੀ। ਕਿਸੇ ਇਮਾਨਦਾਰ ਵਿਅਕਤੀ ਦੇ ਉੱਤੇ ਜਦੋਂ ਕੋਈ ਆਰੋਪ ਲੱਗਦੇ ਨੇ ਜਾਂ ਉਹਨਾਂ ਦੇ ਉੱਤੇ ਕੋਈ ਲਾਂਛਨ ਲੱਗਦੇ ਨੇ ਤੇ ਇਮਾਨਦਾਰ ਵਿਅਕਤੀ ਦੀ ਆਤਮਾ ਝੰਜੋੜ ਜਾਂਦੀ ਹੈ। ਉਹ ਨਹੀਂ ਬਰਦਾਸ਼ਤ ਕਰ ਪਾਉਂਦਾ ਕਿ ਮੇਰੇ ਉੱਤੇ ਇੱਦਾਂ ਦੇ ਆਰੋਪ ਲੱਗੇ ਨੇ ਜਦ ਕਿ ਮੈਂ ਆਪ ਦਾ ਕੰਮ ਬੜੀ ਇਮਾਨਦਾਰੀ ਨਾਲ ਕਰਦਾ ਰਿਹਾ। ਆਪਾਂ ਗੱਲ ਕਰ ਰਹੇ ਹੈਗੇ ਆ ਸਨ 2011 ਦੇ ਵਿੱਚ ਇੱਕ ਬਹੁਤ ਹੀ ਰਿਪਿਊਟਿਡ ETO ਰਣਜੀਤ ਸਿੰਘ ਜੀ ਦੀ, ਜਿਨ੍ਹਾਂ ਦੇ ਉੱਤੇ ਆਰੋਪ ਲੱਗੇ, ਆਪਣਾ ਕੰਮ ਇਮਾਨਦਾਰੀ ਨਾਲ ਕਰਦੇ ਰਹੇ ਪਰ ਫਿਰ ਵੀ ਉਹਨਾਂ ਨੂੰ ਰੋਕਿਆ ਗਿਆ, ਉੱਤੇ ਉਹਨਾਂ ਦੇ ਉੱਤੇ ਹੀ ਲਾਂਛਨ ਲਗਾਈ ਗਈ ਤੇ ਉਹਨਾਂ ਵੱਲੋਂ ਆਪ ਦੀ ਜ਼ਿੰਦਗੀ ਨੂੰ ਖਤਮ ਕਰ ਲਿੱਤਾ ਗਿਆ ਕਿਉਂਕਿ ਬਰਦਾਸ਼ਤ ਨਹੀਂ ਕਰ ਪਾਏ ਕਿ ਉਹਨਾਂ ਦੀ ਇਸ ਇਮਾਨਦਾਰ ਛਵੀ ਦੇ ਉੱਤੇ ਦਾਗ ਲੱਗਿਆ। ਅੱਜ ਆਪਾਂ ਸਾਡੇ ਨਾਲ ਉਹਨਾਂ ਦੇ ਵਾਈਫ ਨੇ ਮਨਜੀਤ ਕੌਰ ਮੈਮ, ਆਪਾਂ ਜਾਣਾਂਗੇ ਮਾਮਲਾ ਕੀ ਹੈ। ਮੈਮ ਕੀ ਮਾਮਲਾ ਸੀਗਾ, ਕਿੱਦਾਂ ਸ਼ੁਰੂਆਤ ਹੋਈ ਸੀ, ਥੋੜਾ ਉਸ ਬਾਰੇ ਜਾਣਕਾਰੀ ਦਿਓ। 29/3/2011 ਨੂੰ ਮੇਰੇ ਹਸਬੈਂਡ ਤੇ ਰੇਡ ਕੀਤੀ। ਜਿਹੜੇ ਵਪਾਰੀ ਸੀਗੇ ਇਹਨਾਂ ਦੀਆਂ 23 ਜਾਂ 24 ਤਰੀਕ ਨੂੰ ਗੱਡੀਆਂ 2 ਫੜੀਆਂ ਸੀਗੀਆਂ। ਇਹ ਜਿਹੜੀ ਸ਼ਰਾਬ ਦੀ ਗੱਡੀਆਂ, ਹਾਂਜੀ, ਮਾਲ ਸੀ ਇਹ 'ਚ ਸੈਂਟਰੀ ਦਾ ਮਾਲ ਸੀਗਾ ਤੇ ਇਹਨਾਂ 2 ਗੱਡੀਆਂ ਫੜੀਆਂ ਗਈਆਂ। ਮੇਰੇ ਹਸਬੈਂਡ ਨੇ ਦੋਨੋਂ ਗੱਡੀਆਂ 'ਚੋਂ ਇੱਕ ਗੱਡੀ ਦਾ ਮਾਲ ਸਹੀ ਕਰਕੇ ਉਹ ਗੱਡੀ ਛੱਡਤੀ, ਜਿਹੜੀ ਮਾਲ ਗਲਤ ਸੀ ਉਹ ਗੱਡੀ ਰੱਖ ਲਈ। ਉਹਦੇ 'ਚ ਬੈਲਟੀਆਂ ਦਾ ਰੌਲਾ ਸੀ, ਸੈਂਟਰੀ ਦਾ ਸਮਾਨ ਸੀਗਾ ਤੇ ਉਹਨਾਂ ਤੇ ਟੈਕਸ ਲੱਗਣਾ ਸੀਗਾ ਤੇ ਉਹਨਾਂ ਨੇ ਇੱਕ ਗੱਡੀ ਬੈਰੀਅਰ ਤੇ ਭੇਜਤੀ। ਇਹਨਾਂ ਨੂੰ ਫਿਰ 2 ਦਿਨ ਦਾ ਟਾਈਮ ਦਿੱਤਾ ਵੀ ਤੁਸੀਂ ਆਪਦਾ ਟੈਕਸ ਲਿਆਓ, ਉਹਨਾਂ ਨੂੰ ਟੈਕਸ ਲੱਗਣਾ ਸੈਂਟਰੀ ਦੇ ਸਮਾਨ ਨੂੰ, ਤਾਂ ਉਹ ਕਹਿੰਦੇ ਠੀਕ ਹੈ। ਫਿਰ ਉਹਨਾਂ ਨੇ ਤਾਂ ਵੀ ਅੰਦਰੋਂ ਦੀ ਕਰਨਾ ਸ਼ੁਰੂ ਕਰ ਕੇ ਵਿਜੀਲੈਂਸ ਨਾਲ ਗੱਲ ਕਰਨ ਲੱਗ ਗਏ ਤੇ ਇਹ ਮੇਰੇ ਹਸਬੈਂਡ ਨੂੰ ਪਹਿਲਾਂ ਹੀ ਪਤਾ ਸੀ ਵੀ ਇਹ ਗੈਂਗ ਆ ਤੇ ਉਹਨਾਂ ਨੂੰ ਧਮਕੀਆਂ ਵੀ ਪਹਿਲਾਂ ਦਿੱਤੀਆਂ ਸੀ ਵੀ ਤੁਹਾਨੂੰ 1 ਮਹੀਨਾ 2 ਮਹੀਨੇ ਪਹਿਲਾਂ ਇਹਨਾਂ ਦੀ ਗੱਡੀ ਫੜੀ ਵੀ ਸੀ ਇੱਕ ਹੋਰ ਤੇ ਵਪਾਰੀਆਂ ਵੱਲੋਂ ਵਿਜੀਲੈਂਸ ਨੂੰ ਦਿੱਤਾ ਗਿਆ ਸਾਰਾ ਕੰਪਲੇਂਟ ਜੀ। ਜਿਹੜੇ ਵਪਾਰੀ ਸੀ ਨਾ, ਜਿਹੜਾ ਟਰੱਕ ਦਾ ਮਾਲਕ ਸੀ ਉਹ ਰਜੀਵ ਸੋ ਸੀ, ਜਿਹਨੇ ਸ਼ਿਕਾਇਤ ਕੀਤੀ ਹੈ ਨਾ ਤਾਂ ਉਹ ਟਰੱਕ ਦਾ ਮਾਲਕ ਆ ਨਾ ਉਹ ਮਾਲ ਦਾ ਮਾਲਕ ਆ, ਉਹ ਕੁਝ ਵੀ ਨਹੀਂ ਆ। ਇਹ ਇੱਕ SP ਰੀਡਰ ਵਪਾਰੀ ਤੇ ਇਹ ਸਾਰੇ ਜਾਣੇ ਗੈਂਗ ਬਣੇ ਹੋਏ ਸੀ ਤੇ ਇਹਨਾਂ ਨੇ ਇੱਕ ਨੈਬ ਸਿੰਘ ਨਾਂ ਦਾ ਇੰਸਪੈਕਟਰ ਵੀ ਫੜਿਆ ਸੀ ਅਕਸਾਈ ਦਾ, ਉਹ ਫੜਿਆ ਸੀ ਸ਼ੰਭੂ ਬੈਰੀਅਰ ਤੋਂ 2000 ਦੀ ਰਿਸ਼ਵਤ। ਉੱਥੇ ਜਿਹੜਾ ਰਜੀਵ ਸੂਦ ਦਾ ਉਹ ਮੇਰੇ ਹਸਬੈਂਡ ਤੇ ਬਿਆਨ ਦੇ ਕੇ ਗਿਆ ਵੀ ਜਿਹੜਾ ਰਣਜੀਤ ਸਿੰਘ ETO ਤੇ ਕੇਸ ਕੀਤਾ ਬਿਲਕੁਲ ਝੂਠਾ ਤੇ ਬੇਬੁਨਿਆਦ ਆ, ਵੀ ਕੋਈ ਕੁਛ ਨਹੀਂ। ਇਹ ਉਸ ਤੋਂ ਬਾਅਦ ਤੇ ਇਹਨਾਂ ਨੇ ਜਦੋਂ ਮੈਂ ਦੁਬਾਰੇ ਆਉਣੀ ਉਸ ਗੱਲ ਤੇ, ਜਦੋਂ ਗੱਡੀਆਂ ਫੜੀਆਂ ਤਾਂ ਮੇਰੇ ਹਸਬੈਂਡ ਉਦੋਂ ਆਫਿਸ ਹੁੰਦਾ ਸੀ 38 'ਚ ਵੈਸਟ 'ਚ, ਤਾਂ ਮੇਰੇ ਉੱਥੇ ਬੈਠੇ ਤੇ ਇਹਨਾਂ ਦਾ ਰੀਡਰ ਤੇ ਇੱਕ ਰਜਿੰਦਰ ਗੋਪੀ, ਇਹ ਦੋਨੇ ਜਾਣੇ ਮੇਰੇ ਹਸਬੈਂਡ ਕੋਲੇ ਆਏ ਵੀ ਤੁਸੀਂ ਸਾਡੀਆਂ ਗੱਡੀਆਂ ਛੱਡ ਦਿਓ। ਮੇਰੇ ਹਸਬੈਂਡ ਨੇ ਜਿਹੜਾ ਰੀਡਰ ਡਰਾਈਵਰ ਬਣ ਕੇ ਆਇਆ ਸੀ ਉਹਨੂੰ ਮੇਰੇ ਹਸਬੈਂਡ ਨੇ ਕਿਹਾ ਵੀ ਤੁਸੀਂ ਟੈਕਸ ਲਿਆਓ, ਤੁਹਾਡਾ 3.5-4 ਲੱਖ ਰੁਪਏ ਟੈਕਸ ਬਣਦਾ, ਟੈਕਸ ਲਿਆਓ ਤਾਂ ਗੱਡੀਆਂ ਲੈ ਜਾਓ। ਰੀਡਰ ਕਿਸ ਦੇ ਰੀਡਰ ਸੀਗੇ? ਉਹ SP ਦਾ ਰੀਡਰ ਸੀ, SP ਅਮਨਦੀਪ ਕੌਰ ਦਾ ਰੀਡਰ ਸੀ ਵਿਜੀਲੈਂਸ ਦਾ। ਤੇ ਜਦੋਂ ਪਹਿਲਾਂ ਵੀ ਇੰਸਪੈਕਟਰ ਤੇ ਰੇਡ ਕੀਤੀ ਹੈ ਨਾ, ਇਹੀ ਰੀਡਰ, ਇਹੀ SP, ਇਹੀ ਵਪਾਰੀ, ਇਹੀ ਜਿਹੜੇ ਸਰਕਾਰੀ ਅਫਸਰ ਹੁੰਦੇ ਸਾਰਾ ਸੇਮ ਪੂਰੀ ਟੀਮ ਸੀ, ਉਹੀ ਮੇਰੇ ਹਸਬੈਂਡ ਤੇ ਉਹੀ ਇੰਸਪੈਕਟਰ ਤੇ ਇਹਨੇ ਜਿੱਥੇ ਜਿੱਥੇ ਰੇਡ ਕੀਤੀ ਇਹੀ ਬੰਦੇ ਰਹੇ। ਇਹ SP ਦੇ ਟਾਊਟ ਸੀ। ਤਾਂ ਜਦੋਂ ਮੇਰੇ ਹਸਬੈਂਡ ਨੇ ਕਿਹਾ ਤੁਸੀਂ ਟੈਕਸ ਲਿਆਓ, ਫਿਰ ਇਹਨਾਂ ਨੇ ਤਰੀਕ 29 ਤਰੀਕ ਸੀਗੀ ਜਦੋਂ ਫੋਨ ਕੀਤਾ, 29 ਰੇਡ ਜਿਸ ਦਿਨ ਕੀਤਾ ਉਹਨਾਂ ਨੇ ਸਵੇਰੇ ਫੋਨ ਕੀਤਾ ਵੀ ਤੁਸੀਂ ਗੱਡੀਆਂ ਛੱਡ ਦਿਓ। ਮੇਰੇ ਹਸਬੈਂਡ ਕਹਿੰਦੇ ਠੀਕ ਹੈ ਲਿਆਓ ਪੈਸੇ ਤੇ ਗੱਡੀਆਂ ਛਡਾ ਲਓ, ਕਿਉਂ ਭਾਵੇਂ ਘਰੇ ਬੈਠੇ ਵੀ ਸਾਈਨ ਕਰ ਦੇਣ, ਉਹ ਮੰਨੇ ਜਾਂਦੇ ਸੀ ਉਸ ਟਾਈਮ, ਮਤਲਬ ਉਹ ਅਫਸਰ ਨੂੰ ਅਧਿਕਾਰ ਸੀ ਵੀ ਸਾਈਨ ਕਰੋ ਤੇ ਗੱਡੀਆਂ ਛੱਡੋ, ਟੈਕਸ ਦਿਓ। ਤਾਂ ਮੇਰੇ ਹਸਬੈਂਡ ਬੱਸੀ ਸਿਨੇਮੇ ਕੋਲੇ ਗਏ ਤੇ ਗੱਡੀਆਂ ਛੱਡੀਆਂ ਸ਼ੁਰੂ ਕੀਤੀਆਂ, ਨਾਲ 2 ਗਨਮੈਨ, ਤੀਜਾ ਡਰਾਈਵਰ, 3 ਜਾਣੇ ਸੀ ਤੇ ਇਹਨੇ ਰਜਿੰਦਰ ਗੋਪੀ ਨੇ ਮੇਰੇ ਹਸਬੈਂਡ ਨੂੰ ਪੈਸੇ ਫੜਾਏ ਤੇ ਮੇਰੇ ਹਸਬੈਂਡ ਨੇ ਉਹ ਲਿਫਾਫਾ ਦੇਖਿਆ ਵੀ ਨਹੀਂ, ਉਵੇਂ ਲਿਫਾਫਾ ਗਨਮੈਨਾਂ ਨੂੰ ਫੜਾਤਾ ਤੇ ਡਰਾਈਵਰ ਨੂੰ। ਦੋਨੇ ਗਨਮੈਨ, ਤੀਜਾ ਡਰਾਈਵਰ ਬੋਰਨਟ ਤੇ ਖੜੇ ਗਿਣੇ ਜਾਂਦੇ ਸੀ। ਉਹ 'ਚ 500 ਦੇ ਨੋਟ 2 ਜਾਲੀ ਵਾਪਸ ਵੀ ਕੀਤੇ ਆ। ਬਸ ਫਿਰ ਇਹਨਾਂ ਨੇ ਕੀ ਰਕਮ ਸੀਗੀ ਇਹ, ਉਹਨਾਂ ਨੇ ਕਿਹਾ ਕਿ ਆਪਾਂ ਟੈਕਸ ਦੇ ਰਹੇ ਆਪਾਂ ਤੁਹਾਨੂੰ, ਟੈਕਸ ਹੀ ਰਕਮ ਹੀ ਟੈਕਸ ਹੈ। ਉਸ ਜਿਸ ਟਾਈਮ ਇਹਨਾਂ ਨੇ ਮੇਰੇ ਹਸਬੈਂਡ ਤੇ ਰੇਡ ਕੀਤੀ, ਇਹਨਾਂ ਕੋਲੇ 2,30,000 ਸੀ
ਮੇਰੇ ਹਸਬੰਡ ਨੇ 2,27,492 ਦੀ ਰਸੀਦ ਕੱਟਤੀ ਸੀ। ਪੈਸੇ ਦੇ ਪਿੱਛੇ ਕੁਝ ਵੀ ਨਹੀਂ ਬਚਿਆ। ਇਹਨਾਂ ਨੇ ਫਿਰ ਜਦੋਂ ਮੇਰੇ ਹਸਬੰਡ ਨੂੰ ਇੱਥੇ ਬਹੁਤ ਕੁੱਟਿਆ ਮਾਰਿਆ, ਜੋ ਗੱਡੀ 'ਚ ਬਹੁਤ ਬਹੁਤ ਕੁੱਟਿਆ, ਐਸਪੀ ਨੇ ਵੀ ਕੁੱਟਿਆ, ਉਹਨੇ ਜਿਹੜਾ ਰਜਿੰਦਰ ਗੋਪੀ ਆ ਉਹ ਤੋਂ ਵੀ ਕਟਾਇਆ, ਮੁੜ ਕੇ ਤੇ ਤੋਂ ਕਦੇ ਬੋਲ ਨਹੀਂ ਸਕੂਗਾ। ਅੱਛਾ, ਇੱਥੇ ਘਰ ਦੇ ਬਾਹਰ ਬਸੀ ਸੀ ਇਹਨਾਂ ਦੇ ਕੋਲ? ਇੱਥੇ ਉਦੋਂ ਫਿਲਮਾਂ ਚੱਲਦੀਆਂ ਹੁੰਦੀਆਂ ਸੀ ਔਰ ਭਈਆ ਲੋਕ ਕਿੰਨੇ ਹੁੰਦੇ ਸੀ, ਤੇ ਉਹਨਾਂ ਦੇ ਸਾਹਮਣੇ ਔਰ ਫਿਰ ਮੇਰੇ ਹਸਬੰਡ ਨੇ ਜੋ ਤੂਕੜੀ ਕੀਤੀ, ਕੁੱਟਿਆ ਮਾਰਿਆ, ਤਾਂ ਸਾਰੇ ਮੇਰੇ ਹਸਬੰਡ ਨੇ ਇਹ ਵੀ ਕਿਹਾ ਵੀ ਜੇ ਮੇਰੇ 'ਚ ਗਲਤੀ ਹੈ, ਇੱਕ ਦੇ ਦੋ ਕੇਸ ਪਾ ਦਿਓ, ਮੇਰੇ ਬਾਰੇ ਪਤਾ ਕਰ ਲਓ, ਵੀ ਤੁਸੀਂ ਪਤਾ ਤਾਂ ਕਰੋ। ਪਰ ਨਹੀਂ, ਐਸਪੀ ਨੇ ਸੁਣੀ ਨਹੀਂ, ਬਿਲਕੁਲ ਵੀ ਨਹੀਂ ਸੁਣੀ। ਉਹਨੇ ਆਪ ਫੜੇ ਔਰ ਕੁੱਟੇ, ਧੀਆਂ ਦੀਆਂ ਗਾਲਾਂ ਕੱਢੀਆਂ ਬਹੁਤ ਜ਼ਿਆਦਾ। ਤੇ ਉਸ ਟਾਈਮ ਜਦੋਂ ਮੇਰੇ ਹਸਬੰਡ ਫੜਿਆ ਨਾ, ਉਸ ਤੋਂ ਬਾਅਦ ਬਹੁਤ ਮੀਂਹ ਪਿਆ, ਤੇ ਸਾਡੇ ਡਰਾਈਵਰ ਨੇ ਕਿਹਾ, ਮੈਡਮ ਜੀ ਰੱਬ ਵੀ ਰੋਂਦਾ, ਇਹ ਸ਼ਬਦ ਮੇਰੇ ਡਰਾਈਵਰ ਨੇ ਕਹੀ। ਫਿਰ ਉਹ ਡਰਾਈਵਰ ਨੂੰ ਵੀ ਕੁੱਟਿਆ, ਮੇਰੇ ਹਸਬੰਡ ਨੂੰ ਵੀ ਕੁੱਟਿਆ। ਜਿਹੜੇ ਇਹਨਾਂ ਨੇ ਉੱਪਰ ਜਾ ਕੇ ਪੈਸੇ ਪਾਏ ਆ, ਉਹ ਤਾਂ 7 ਫੇਸ ਕੇ 8 ਫੇਸ ਵਿਜੀਲੈਂਸ ਦਾ ਦਫ਼ਤਰ ਆ ਛੋਟਾ ਜਿਹਾ, ਉਹਦੇ 'ਚ ਜਾ ਕੇ ਪਾਏ ਆ। ਜਿਹੜੀ ਉਹ ਉੱਥੇ ਨਹੀਂ ਕੋਈ ਵੀ ਕਾਰਵਾਈ ਕੀਤੀ, ਉੱਥੇ ਲੈ ਗਏ ਉਹਨਾਂ ਨੂੰ, 7 ਫੇਸ ਲੈ ਗਏ? ਇੱਥੇ ਤਾਂ ਫਿਰ ਕੁੱਟਮਾਰ ਕੀਤੀ ਨਾ ਬਹੁਤ ਜ਼ਿਆਦਾ। ਉਸ ਤੋਂ ਬਾਅਦ ਸਿੱਧੇ ਉੱਥੇ ਲੈ ਗਏ? ਹਾਂ, ਫਿਰ ਉੱਥੇ ਲੈ ਗਏ। ਫਿਰ ਉਸ ਤੋਂ ਬਾਅਦ ਉਸ ਰਾਤ ਮੇਰੇ ਹਸਬੰਡ ਇੱਥੇ 8 ਫੇਸ ਹੀ ਰੱਖੇ। ਸਾਨੂੰ ਤਾਂ ਵਿਜੀਲੈਂਸ ਦਾ ਦਫ਼ਤਰ ਵੀ ਨਹੀਂ ਸੀ ਪਤਾ, ਸੱਚ ਪੁੱਛੋ ਕੁਝ ਨਹੀਂ ਸੀ ਪਤਾ। ਸਾਨੂੰ ਤਾਂ ਬਾਅਦ 'ਚ ਬਹੁਤ ਲੇਟ ਰਾਤ ਪਤਾ ਲੱਗਿਆ ਵੀ ਉੱਥੇ ਦਫ਼ਤਰ ਹੈ। ਤੇ ਫਿਰ ਮੇਰੇ ਹਸਬੰਡ ਦੀ ਰਾਤ ਨੂੰ ਕਾਲ ਆਈ, ਲੇਟ ਰਾਤ ਕਾਲ ਆਈ, ਕਹਿੰਦੇ ਮੈਂ ਠੀਕ ਆ, ਫਿਕਰ ਨਾ ਕਰ। ਪਰ ਉਸ ਟਾਈਮ ਜਦੋਂ ਅਸੀਂ ਲੱਭ ਰਹੇ ਸੀਗੇ, ਸਾਨੂੰ ਕੋਈ ਕਹਿੰਦੇ ਵੀ ਚੁੱਕ ਕੇ ਲੈ ਗਏ, ਕੋਈ ਕੁਝ ਕਹਿ ਰਿਹਾ ਸੀ। ਫਿਰ ਮੇਰੀ ਮਾਸੀ ਦਾ ਮੁੰਡਾ, ਮੈਂ ਉਹਨੂੰ ਫੋਨ ਕੀਤਾ ਵੀ ਤੂੰ ਬੋਬੀ ਪਤਾ ਕਰ ਤੇਰੇ ਜੀਜਾ ਜੀ ਕਿੱਥੇ ਆ। ਤੇ ਫਿਰ ਉਹਨੇ ਵਿਜੀਲੈਂਸ ਦਫ਼ਤਰ ਜਾ ਕੇ ਪਤਾ ਕੀਤਾ, ਕਹਿੰਦੇ ਜੀਜਾ ਜੀ ਇੱਕ ਬਾਥਰੂਮ 'ਚ ਬੰਦ ਕੀਤੇ ਹੋਏ ਆ। ਅੱਛਾ, ਬਾਥਰੂਮ ਦੇ ਵਿੱਚ ਬੰਦ ਕੀਤਾ ਹੋਇਆ ਸੀਗਾ? ਇਹ ਦੇਖਿਆ ਉਹਨਾਂ ਨੇ ਆਪ ਦੇਖਿਆ। ਉਹ ਕਹਿੰਦੇ ਕੈਪ ਲਈ ਹੈ, ਮੈਂ ਹਾਂ ਕੈਪ ਲਈ ਹੋਈ ਆ, ਵੀ ਘਰੋਂ ਠੀਕ ਨਹੀਂ ਸੀਗੇ ਤੇ ਉਵੇਂ ਹੀ ਚਲੇ ਗਏ, ਵੀ ਗੱਡੀਆਂ ਛੱਡ ਕੇ ਹੁਣੇ ਵਾਪਸ ਆ ਜਾਣਾ 10 ਮਿੰਟ 'ਚ, ਵੀ ਮੈਂ ਤੇਰੇ ਨਾਲ ਟਾਈਮ ਨਹੀਂ ਲਾਉਣਾ। ਤਾਂ ਫਿਰ ਜਿਹੜੇ ਗਨਮੈਨ ਸੀ ਉਹ ਬਾਹਰ ਸੀ, ਡਰਾਈਵਰ ਵੀ ਬਾਹਰ ਬੈਠਾ ਸੀ। ਫਿਰ ਇਹਨੇ 2 ਗਨਮੈਨ ਉਸ ਟਾਈਮ ਫੜੇ, ਪਾਇਆ ਇੱਕ ਗਨਮੈਨ ਹੀ, ਡਰਾਈਵਰ ਵੀ ਨਹੀਂ ਪਾਇਆ, ਡਰਾਈਵਰ ਤਾਂ ਨਹੀਂ ਪਾਇਆ, ਦੂਜਾ ਗਨਮੈਨ ਵੀ ਨਹੀਂ ਪਾਇਆ, ਇੱਕ ਗਨਮੈਨ ਸਰਦਾਰ ਜੀ ਦੇ ਨਾਲ ਪਾਇਆ ਇਹਨਾਂ ਨੇ ਰੇਡ 'ਚ। ਤਾਂ ਫਿਰ ਉਸ ਤੋਂ ਬਾਅਦ ਇਹ ਮੇਰੇ ਹਸਬੰਡ ਨੇ ਦੂਜੇ ਦਿਨ ਕੋਰਟ ਪੇਸ਼ ਕਰਤਾ। ਤਾਂ ਹਾਂ ਪੇਸ਼ ਕਰਤਾ। ਫਿਰ ਇਹਨਾਂ ਨੇ ਉਹ ਲੈ ਲਿਆ ਸੀਗਾ ਵੀ 3 ਦਿਨ ਦੇ ਵਾਰੰਟ ਵਾਸਤੇ ਲੈ ਗਏ ਸੀ, ਰਿਮਾਂਡ 'ਚ ਲਿਆ ਉਹਨਾਂ ਨੇ? ਵਾਸਤੇ ਲੈ ਗਏ ਸੀ। ਫਿਰ 3 ਦਿਨ ਰਿਮਾਂਡ ਵਾਸਤੇ ਲੈ ਗਏ। ਜਦੋਂ ਰਿਮਾਂਡ ਵਾਸਤੇ ਲੈ ਕੇ ਗਏ, ਉੱਥੋਂ ਹੋ ਗਈ 29 ਨੂੰ ਇੱਥੇ ਹੋਏ ਤੇ 30 ਦੀ ਹੋ ਗਈ। 30 ਦੀ ਰਾਤ ਜਾਂ 31 ਦੀ ਰਾਤ ਨੂੰ 8 ਲੱਖ ਰੁਪਏ ਫਿਰ ਐਸਪੀ ਨੇ ਲਿਆ। ਡਿਮਾਂਡ ਕਰਤੀ ਸਿੱਧੇ ਤੌਰ ਤੇ? ਲੈ ਹੀ ਲਿਆ। ਅੱਛਾ, ਲੈ ਲਿਆ ਉਹਨਾਂ ਕੋਲੋਂ? ਲੈ ਲੈ, ਉਹ ਸਰਦਾਰ ਜੀ ਨੇ ਦਿੱਤਾ। ਵਿਪਨ ਕਾਂਸਰ ਨਾਂ ਦਾ ਕੋਈ ਬੰਦਾ ਹੈ ਗੋਬਿੰਦਗੜ੍ਹ ਦਾ, ਉਹਨੇ ਦਿੱਤੇ ਆ। ਉਹਦੇ ਫੋਨ ਤੋਂ ਮੇਰੇ ਮੋਬਾਈਲ ਤੇ 3 ਵਾਰੀ ਕਾਲ ਆ। ਮੈਨੂੰ ਤਾਂ ਉਦੋਂ ਪਤਾ ਲੱਗਿਆ ਜਦੋਂ 2 ਮੈਂਬਰੀ ਕਮੇਟੀ ਨੇ ਮੇਰੀਆਂ ਕਾਲਾਂ ਡਿਟੇਲਾਂ ਕੱਢੀਆਂ। ਜਿਹੜਾ 8 ਲੱਖ ਰੁਪਈਆ ਵਪਾਰੀਆਂ ਵੱਲੋਂ ਦਿੱਤਾ ਗਿਆ, ਕਿਹਨੂੰ ਛੱਡਣਾ ਨਹੀਂ, ਇਸ ਕਰਕੇ ਦਿੱਤਾ ਗਿਆ? ਨਹੀਂ, ਉਹ ਸਰਦਾਰ ਜੀ ਨੂੰ ਵੀ ਤੇਰੇ ਤੇ ਕੇਸ ਅਸੀਂ ਹੋਰ ਨਹੀਂ ਪਾਵਾਂਗੇ, ਵੀ ਕੁੱਟਮਾਰ ਜ਼ਿਆਦਾ ਨਹੀਂ। ਰਣਜੀਤ ਜੀ ਤੋਂ ਲਿੱਤਾ ਪੈਸੇ? ਪਰ ਸਰਦਾਰ ਜੀ ਨੇ ਨਹੀਂ ਦਿੱਤਾ, ਸਰਦਾਰ ਜੀ ਦੇ ਬਿਹੇਵ ਤੇ ਵਿਪਨ ਕਾਂਸਲ ਨੇ ਦਿੱਤਾ। 6 ਲੱਖ ਰੁਪਈਆ ਰੱਖਿਆ ਐਸਪੀ ਨੇ ਤੇ 2 ਲੱਖ ਰੁਪਈਆ ਰੀਡਰ ਨੇ ਰੱਖੇ ਉਸ ਰਾਤ। ਫਿਰ ਉਸ ਤੋਂ ਬਾਅਦ ਉਹਨਾਂ ਨੂੰ ਬਹੁਤ ਟੌਰਚਰ ਵੀ, ਪਹਿਲਾਂ ਉਹਨਾਂ ਨੂੰ ਬਹੁਤ ਟੌਰਚਰ ਵੀ ਕੀਤਾ, ਬਹੁਤ ਕਰੰਟ ਵੀ ਲਾਏ, ਤੰਗ ਬਹੁਤ ਕੀਤਾ, ਬਹੁਤ ਜ਼ਿਆਦਾ। ਤੇ ਫਿਰ ਉਹਨਾਂ ਦੀ ਫਿਰ ਉਹਨਾਂ ਛੱਡਤਾ ਉਸ ਤੋਂ ਬਾਅਦ ਜਦੋਂ ਪੈਸੇ ਲੈ ਲਏ? ਨਹੀਂ, ਫਿਰ ਛੱਡਿਆ ਕਿਉਂ, ਫਿਰ ਕੋਰਟ ਪੇਸ਼ ਕਰਤਾ। ਫਿਰ ਉਹਨਾਂ ਨੇ ਰੋਪੜ ਜੇਲ੍ਹ 'ਚ ਭੇਜਤੇ ਸੀਗੇ। ਫਿਰ ਉੱਥੇ ਜਾ ਕੇ ਉਹ ਠੀਕ ਨਹੀਂ ਸੀ, ਅਸੀਂ ਹਸਪੀਟਲ ਲਿਆਂਦੇ। ਹਸਪੀਟਲ ਵੀ ਫਿਰ ਇਹਨਾਂ ਨੇ ਛੱਡੇ ਨਹੀਂ, ਫਿਰ ਵੀ ਉੱਥੇ ਲਾਉਂਦੇ ਰਹੇ। ਇੱਕ ਲਵਾਈ ਨਿਊਜ਼, ਜੇਲ੍ਹ ਆਇਆ, ਈਟੀਓ ਮੌਜਾਂ ਕਰਦਾ ਹਸਪਤਾਲ ਦੀਆਂ। ਫਿਰ ਮੇਰੇ ਹਸਬੰਡ ਥੋੜ੍ਹੇ ਜਿਹੇ ਜ਼ਿਆਦਾ ਅਪਸੈਟ ਹੋ ਗਏ ਵੀ ਮੈਨੂੰ ਬਹੁਤ ਨਜਾਇਜ਼ ਤੰਗ ਕਰਦੇ ਆ। ਫਿਰ ਉਹਨਾਂ ਨੂੰ ਪੀਜੀਆਈ ਸੀ ਲੈ ਗਏ। ਪੀਜੀਆਈ ਤੋਂ ਫਿਰ ਵਾਪਸ ਆ ਗਏ, ਜੇਲ੍ਹ 'ਚ ਫਿਰ ਆ ਗਏ 3 ਦਿਨ ਤੋਂ ਬਾਅਦ। ਫਿਰ ਉਸ ਤੋਂ ਬਾਅਦ ਇਹਨਾਂ ਦੀ ਵੇਲ ਹੋ ਗਈ। ਵੇਲ ਹੋ ਕੇ ਅਸੀਂ ਰਾਤ ਨੂੰ 20 ਦੀ ਰਾਤ ਨੂੰ ਅਸੀਂ ਘਰੇ ਆ ਗਏ ਸੀ 8:30 ਵਜੇ। ਇਹ 20 ਅਪ੍ਰੈਲ ਆ ਗਈ ਇਹ, ਹੈ ਨਾ ਜੀ? ਅਪ੍ਰੈਲ ਆ ਗਈ, 20 ਅਪ੍ਰੈਲ ਨੂੰ। ਤੇ 21 ਅਪ੍ਰੈਲ ਨੂੰ ਫਿਰ ਇਹ ਆਫਿਸ ਗਏ ਆਪਣੇ, ਸਵੇਰੇ 9 ਵਜੇ ਆਫਿਸ ਗਏ। ਤੇ 3:30 ਪੌਣੇ 4 ਵਜੇ ਜਦੋਂ ਘਰੇ ਆਏ, ਉਦੋਂ ਅਪਸੈਟ ਸੀਗੇ। ਕਹਿੰਦੇ ਵੀ ਜਿਹਦੇ ਤੇ ਪੈ ਜਾਂਦੇ, ਉਹਨਾਂ ਨੇ ਇਹ ਵਰਡਿੰਗ ਹੈ, ਜਿਹਦੇ ਤੇ ਪੈ ਜਾਂਦੀ ਆ ਉਹਦੇ ਤੇ ਪੈ ਜਾਂਦੀ। ਤਾਂ ਉਹ ਡਾਈਨਿੰਗ ਟੇਬਲ ਤੇ ਸਾਹਮਣੇ ਤੇ ਫਾਈਲ ਮਾਰੀ ਜ਼ੋਰ ਦੀ। ਤਾਂ ਫਿਰ ਉਸ ਤੋਂ ਬਾਅਦ ਮੇਰੀ ਇੱਕ ਫਰੈਂਡ ਆਈ ਪੀਜੀਆਈ ਤੋਂ, ਨਰਸ, ਉਹ ਪਤਾ ਲੈਣ ਆ ਗਏ। ਅਸੀਂ ਉੱਥੇ ਬੈਠੇ ਸੀ ਤੇ ਉੱਥੇ ਸਰਦਾਰ ਜੀ ਬੈਠੇ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਤੁਹਾਡੀ ਬਹੁਤ ਸੇਵਾ ਕੀਤੀ ਹੈ ਭੈਣ ਨੇ, ਜਸਵਿੰਦਰ ਨੇ। ਕਹਿੰਦੇ ਅੱਛਾ। ਮੈਂ ਕਿਉਂਕਿ ਉਹ ਤਾਂ ਬੇਹੋਸ਼ ਹੋ ਗਏ ਸੀ। ਤਾਂ ਉਸ ਤੋਂ ਬਾਅਦ ਸ਼ਾਮ ਨੂੰ ਇੱਕ ਮੋਨਾ ਬੰਦਾ ਆਇਆ, ਮਤਲਬ ਗੇਟ 'ਚ ਉਤਲੇ 'ਚ। ਤਾਂ ਉਹਨੇ ਆ ਕੇ ਸਰਦਾਰ ਜੀ ਨੂੰ ਕਿਹਾ ਤੁਹਾਨੂੰ ਕੱਲ੍ਹ ਐਸਪੀ ਨੇ ਬੁਲਾਇਆ। ਤੇ ਫਿਰ 21 ਦੀ ਰਾਤ ਉਹ ਬਹੁਤ ਅਪਸੈਟ ਜੇ ਹੋ ਹੀ ਜਾਂਦਾ ਬੰਦਾ ਵੀ ਹੁਣ ਕਿਉਂ ਬੁਲਾਇਆ। ਫਿਰ ਸਾਨੂੰ ਬਾਅਦ 'ਚ ਪਤਾ ਚੱਲਿਆ ਗਿੱਲ ਏਜੰਸੀ ਹੋਟਲ ਬੁਲਾਏ ਸੀ, ਉੱਥੇ 50 ਲੱਖ ਦੀ ਡਿਮਾਂਡ ਕੀਤੀ।
ਅੱਛਾ, ਕਿ ਇੱਕ ਵਾਰ ਪਹਿਲੇ ਲੈ ਲਿਆ 8 ਲੱਖ, ਹਾਂ ਉਹ ਤਾਂ ਲੈ ਹੀ ਲਿਆ ਨਾ, ਗੱਲ ਖਤਮ ਕਰ ਲਈ। ਉਸ ਤੋਂ ਬਾਅਦ ਬੇਲ ਤੋਂ ਬਾਅਦ ਫਿਰ ਦੁਬਾਰਾ ਡਿਮਾਂਡ ਕੀਤੀ। ਇਸ ਤੋਂ ਬਾਅਦ ਫਿਰ ਬੁਲਾ ਲਏ ਉਹਨਾਂ ਨੇ, ਗਿੱਲ ਏਜੰਸੀ ਹੋਟਲ ਸਮਰਾਲੇ, ਉੱਥੇ ਗਏ ਮੇਰੇ ਹਸਬੰਡ। ਮੇਰੇ ਹਸਬੰਡ ਜਿਹਨੂੰ ਜਿਹਨੂੰ ਮਿਲਦੇ ਗਏ ਉਹ ਕਹਿੰਦੇ ਗਏ ਵੀ ਮੈਨੂੰ, ਮੇਰੇ ਨਾਲ ਧੱਕਾ ਹੋਇਆ, ਮੈਨੂੰ ਫਸਾਇਆ ਜਾ ਰਿਹਾ। ਤੇ ਆਉਂਦੇ ਹੋਏ ਵੀ ਬਹੁਤ ਬੰਦਿਆਂ ਨੂੰ ਮਿਲੇ ਆ, ਉਹ ਤਾਂ ਔਨ ਰਿਕਾਰਡ 'ਚ ਆਏ ਆ, ਮੈਨੂੰ ਨਹੀਂ ਪਤਾ, ਮੈਂ ਉਹ ਬੰਦਿਆਂ ਨੂੰ ਵਿਚਾਰਿਆਂ ਨੂੰ ਜਾਣਦੀ ਵੀ ਨਹੀਂ ਹੈਗੀ। ਤੇ ਉਹਨਾਂ ਨੂੰ ਬਾਰ-ਬਾਰ ਮਿਲਦੇ ਆ ਵੀ ਮੇਰੇ ਨਾਲ ਧੱਕਾ, ਕਿਉਂਕਿ ਬਿਆਨਾਂ ਦੇ ਵਿੱਚ ਆਏ ਆ ਨਾ ਬੰਦੇ ਵੀ ਉਹਨਾਂ ਨੂੰ ਮਿਲਦੇ ਆ ਤੇ ਮੇਰੇ ਨਾਲ ਧੱਕਾ ਹੋਇਆ, ਮੇਰੀ ਮਦਦ ਕਰੋ। ਤਾਂ ਫਿਰ ਘਰੇ ਆ ਕੇ 2:30-3 ਵਜੇ ਘਰੇ ਆ ਕੇ ਵਾਪਸ ਆ ਕੇ ਥੋੜੀ ਜਿਹੀ ਉਹਨਾਂ ਨੇ ਚਾਹ ਪਾਣੀ ਲਿਆ, ਕੁਝ ਜ਼ਿਆਦਾ ਨਹੀਂ ਲਿਆ। ਤੇ ਨਾਲ ਹੀ ਰਾਜਾ ਨਹੀਂ ਆਇਆ ਕਰਨ, ਇਹ ਕਹਿੰਦਾ ਵੀ ਉਹ ਮਜੀਠੀਆ ਸਾਹਿਬ ਨੂੰ ਮਿਲਣਾ ਤਾਂ ਤੁਸੀਂ ਆ ਜਾਓ। ਤਾਂ ਸਰਦਾਰ ਜੀ ਕਹਿੰਦੇ ਵੀ ਚਲੋ ਚੱਲਦੇ ਹਾਂ। ਬੇਟੇ ਨੂੰ ਲੈ ਕੇ ਉਹ ਚਲੇ ਗਏ। ਬੇਟੇ ਨੂੰ ਲੈ ਕੇ ਜੋ ਚਲੇ ਗਏ ਤੇ ਉੱਥੇ ਮੈਨੂੰ ਤੇ ਸੀ ਕਿ 5-6 ਇੱਥੇ ਫੇਸ ਹੀ ਹੋਣਾ ਕਿਤੇ ਮਜੀਠੀਆ ਸਾਹਿਬ ਦਾ ਆਫਿਸ, ਤਾਂ ਉਹ 28 ਸੈਕਟਰ ਆ। ਤੇ 28 ਸੈਕਟਰ ਲੈ ਕੇ ਚਲੇ ਗਏ। ਤਾਂ ਉੱਥੇ ਮਜੀਠੀਆ ਸਾਹਿਬ ਮੀਟਿੰਗ 'ਚ ਬੈਠੇ ਸੀਗੇ। ਤੇ ਉਹਨਾਂ ਨੇ ਕਹਿੰਦੇ ਵੀ ਹੁਣ ਤੁਰੇ ਜਾਂਦੇ ਮੈਂ ਗੱਲ ਕਰ ਦੂੰ। ਮੇਰੇ ਹਸਬੈਂਡ ਕਹਿੰਦੇ ਤੁਰੇ ਜਾਂਦੇ ਨਾਲ ਗੱਲ ਨਹੀਂ ਕਰਨੀ, ਮੈਂ ਬਹਿ ਕੇ ਗੱਲ ਕਰਨੀ ਆ। ਤਾਂ ਚੱਲ ਆਪਾਂ ਫੇਰ ਕਰ ਲਾਂਗੇ। ਉੱਥੋਂ ਵਾਪਸ ਆ ਗਏ। ਵਾਪਸ ਆਉਂਦੇ ਹੋਏ ਹੀ ਬੇਟੇ ਨੂੰ ਕਹਿੰਦੇ 26 ਸੈਕਟਰ ਜਾਣਾ, ਮੈਂ ਆਪਣੇ ਦੋਸਤ ਨੂੰ ਮਿਲਣਾ। ਬੇਟਾ ਕਹਿੰਦਾ ਠੀਕ ਆ। ਚਲੇ ਗਏ ਤੇ ਉਦੋਂ ਸਲਵਾਰ ਖਰੀਦ ਲਈ, ਰੈਡ ਕਲਰ ਵੀ ਖਰੀਦੇ। ਤੇ ਬੇਟੇ ਨੂੰ ਪਤਾ ਨਹੀਂ ਲੱਗਿਆ ਕਿ ਕੀ ਲੈਣ ਗਏ ਜਾਂ ਕੀ ਕੁਝ। ਜਿਹੜਾ ਬੰਦਾ ਸਾਰਾ ਦਿਨ ਪੰਜਾਬ 'ਚ ਰਹਿੰਦਾ, ਉਹਦੇ ਕਿੰਨੇ ਕੁ ਦੋਸਤ ਆ, ਕਿੰਨਾ ਕੁਛ, ਸਾਨੂੰ ਕੁਛ ਵੀ ਨਹੀਂ ਪਤਾ। ਤੇ ਉਸ ਤੋਂ ਬਾਅਦ ਬੇਟੇ ਨੂੰ ਕਹਿੰਦਾ ਤੂੰ ਇੱਥੇ ਗੱਡੀ ਲੈ, ਮੈਂ 5 ਮਿੰਟ 'ਚ ਮਿਲ ਕੇ ਆਇਆ। ਤੇ ਆ ਕੇ ਬੇਟਾ ਕਹਿੰਦਾ ਥੋੜ੍ਹੇ ਟੇਢੇ ਬੈਠੇ ਇੱਦਾਂ ਕਰਕੇ ਚੇਅਰ 'ਤੇ। ਕਹਿੰਦਾ ਮੈਂ ਕਿਹਾ ਪਾਪਾ ਮਿਲ ਗਿਆ ਤੁਹਾਡਾ ਫਰੈਂਡ? ਕਹਿੰਦਾ ਨਹੀਂ ਮਿਲਿਆ। ਨਹੀਂ ਫਿਰ ਆ, ਮੈਂ ਕੱਲ੍ਹ ਆਵਾਂਗੀ। ਤੇ ਉਹ ਦਵਾਈਆਂ ਖਰੀਦ ਕੇ ਲੈ ਆਏ। ਆਹ ਨੰਜਾ ਦੀਆਂ ਲਾਈਟਾਂ 'ਤੇ ਆ ਕੇ, ਮਤਲਬ ਰੈੱਡ ਲਾਈਟ ਸੀ। ਬੇਟਾ ਕਹਿੰਦਾ ਪਾਪਾ ਮੈਂ ਟਪਾ ਦਾਂ? ਤੇ ਨਹੀਂ, ਕਹਿੰਦੇ ਐਵੇਂ ਕਿਸੇ ਦੀ ਮਿਹਨਤ ਕਰਨੀ ਪਊਗੀ, ਰੁਕ ਜਾ। ਰੁਕ ਗਏ। ਮੈਂ ਤਾਂ ਕਹਿੰਦੀ ਕਾਸ਼ ਉੱਥੇ ਹੀ ਰੁਕ ਜਾਂਦੇ, ਸ਼ਾਇਦ ਦਿਮਾਗ ਚੇਂਜ ਹੁੰਦਾ, ਬੰਦਾ ਫੜ ਹੀ ਲੈਂਦਾ, ਖੜ ਹੀ ਜਾਂਦੇ। ਪਤਾ ਨਹੀਂ, ਕਿਸਮਤ ਮਾੜੀ ਸਾਡੀ। ਤੇ ਉਸ ਤੋਂ ਬਾਅਦ ਘਰੇ ਆ ਗਏ। ਘਰੇ ਆ ਕੇ ਮੈਂ ਵੀ ਘਰੇ, ਬੇਟੀ ਵੀ ਘਰੇ, ਸਾਰੇ ਘਰੇ ਬੈਠੇ ਸੀਗੇ। ਤੇ ਫਿਰ ਬੇਟਾ ਕਹਿੰਦਾ ਰੂਬੀ ਦਾ ਪਾਪਾ ਆਪਾਂ ਗੁਰਦੁਆਰਾ ਸਾਹਿਬ ਚੱਲਦੇ ਹਾਂ। ਕਹਿੰਦੇ ਠੀਕ ਆ ਚੱਲਦੇ ਹਾਂ। ਮੈਂ ਪੁੱਛਿਆ ਤੁਸੀਂ ਕੀ ਲਓਗੇ? ਕਹਿੰਦਾ ਬਸ ਮੈਂ ਤਾਂ ਨਿੰਬੂ ਪਾਣੀ ਲਊਂਗਾ, ਸਿੰਪਲ ਪਾਣੀ ਦੇ ਦਿਓ, ਨਿੰਬੂ ਪਾਣੀ ਵੀ ਨਹੀਂ ਲੈਣਾ। ਠੀਕ। ਉਹ ਬਹਾਦਰ ਨੇ ਸਿੰਪਲ ਪਾਣੀ ਦੇ ਦਿੱਤਾ। ਵਾਸ਼ਰੂਮ ਚਲੇ ਗਏ। ਮੈਂ ਉਹ ਸੋਫੇ 'ਤੇ ਬੈਠੀ ਸੀ, ਬੇਟਾ ਵੀ ਉੱਥੇ ਬੈਠਾ, ਬੇਟੀ ਵੀ ਉੱਥੇ ਬੈਠੀ ਸੀ। ਮਾਫੀ ਚਾਹੁੰਦੇ ਤੁਹਾਨੂੰ ਕਿ ਇਹ ਮੈਂ ਸਮਝ ਸਕਦਾ ਹੈਗਾ ਕਿ ਇਹ ਜਿਹੜਾ 2011 ਹੋਵੇ, 15 ਸਾਲ ਦਾ ਸਮਾਂ ਹੋ ਗਿਆ, ਪਰ ਫਿਰ ਵੀ ਤੁਹਾਡੇ ਲਈ ਇਹ ਹਲੇ ਵੀ ਅੱਜ ਦੇ ਤੁਹਾਡੇ ਜ਼ਖਮ ਤੁਹਾਡੇ ਤਾਜ਼ਾ ਨੇ। ਮੈਂ ਸਮਝ ਸਕਦਾ, ਮਾਫੀ ਚਾਹਾਂਗੇ ਇਸ ਚੀਜ਼ ਲਈ। 15 ਸਾਲ ਤੋਂ ਬਾਅਦ ਜਿਹੜੀ ਸਜ਼ਾ ਸੁਣਾਈ ਗਈ ਹੈ ਆਰੋਪੀਆਂ ਨੂੰ, ਉਹ 3 ਸਾਲ ਦੀ ਸੁਣਾਈ ਦਿੱਤੀ। ਕਿੱਦਾਂ ਉਹਨਾਂ ਨੂੰ ਕਿੱਦਾਂ ਦੇਖਦੇ? ਕੁਛ ਵੀ ਨਹੀਂ ਸਜ਼ਾ ਦਿੱਤੀ ਪਿੱਛੇ ਉਹਨਾਂ ਨੇ, ਕੁਛ ਵੀ ਨਹੀਂ ਸਜ਼ਾ ਦਿੱਤੀ। ਮੇਰੇ ਮੁਤਾਬਕ ਤਾਂ ਕੁਛ ਵੀ ਸਜ਼ਾ ਨਹੀਂ। ਮੈਂ 15 ਸਾਲ ਸਜ਼ਾ ਮੈਂ ਭੁਗਤੀ। ਅਵਲ ਤਾਂ ਸਮਝੋ ਮਰਨ ਤੱਕ ਮੈਂ ਸਜ਼ਾ ਭੁਗਤਦੀ ਕੋਈ ਰਹੂੰਗੀ। ਮੈਨੂੰ ਤਾਂ ਵਿਧਵਾ ਦਾ ਰੂਪ ਦੇ ਦਿੱਤਾ, ਮੇਰਾ ਕਸੂਰ ਵੀ ਕੋਈ ਨਹੀਂ। ਜਦੋਂ ਸੁਸਾਈਡ ਕੀਤੀ ਉਸ ਤੋਂ ਬਾਅਦ ਫਿਰ ਤੁਸੀਂ ਇਹ ਕੇਸ ਦੁਬਾਰਾ ਰੀਓਪਨ ਹੋਇਆ ਇਹ? ਉਦੋਂ ਸੁਸਾਈਡ ਕਰਨ ਤੋਂ ਬਾਅਦ ਫਿਰ ਉਹਨਾਂ ਨੇ ਦੂਜੇ ਦਿਨ, ਮਤਲਬ ਜਦੋਂ ਰਾਤ ਨੂੰ ਸੁਸਾਈਡ ਕੀਤਾ, ਤੇ ਮੈਨੂੰ ਤਾਂ ਸੁਰਤ ਨਹੀਂ ਸੀ ਰਹੀ, ਕਿਉਂਕਿ ਮੇਰੀ ਪੁਆਇਜ਼ਨ ਸਾਰੀ ਮੇਰੇ ਉੱਪਰ ਪਈ। ਤੇ ਮੈਂ ਕਹਿੰਦੀ ਸੀ ਮੇਰਾ ਸਾਹ ਬੰਦ ਹੁੰਦਾ, ਸਾਹ ਬੰਦ ਹੁੰਦਾ। ਮੈਨੂੰ ਨਹੀਂ ਸੀ ਪਤਾ ਮੇਰਾ ਪੁਆਇਜ਼ਨ ਨਾਲ ਸਾਹ ਬੰਦ ਹੁੰਦਾ, ਮੈਨੂੰ ਵੀ ਕੁਛ ਨਹੀਂ ਸੀ ਪਤਾ। ਚੱਲ ਬੇਟੀ ਨੇ ਕੱਪੜੇ ਕੁਪੜੇ ਚੇਂਜ ਕੀਤੇ, ਪਰ ਸਾਹ ਬੰਦ ਹੋਣੋਂ ਹਟ ਨਹੀਂ ਸੀ ਰਿਹਾ ਮੇਰਾ। ਤਾਂ ਉਹਨਾਂ ਨੇ ਫਿਰ ਦਵਾਈਆਂ ਦੇ ਕੇ ਮੈਨੂੰ ਸਲਾਹ ਤਾ। ਤੇ ਰਾਤ ਨੂੰ ਫਿਰ ATC ਨੇ ਮੇਰੀ ਬੇਟੀ ਤੋਂ ਵਾਸ਼ਰੂਮ ਤੋਂ ਆਏ ਸਾਰੇ, ਕਿ ਵਾਸ਼ਰੂਮ ਧੋ ਦੇ ਵੀ ਇਹ ਨਾ ਲੱਗੇ ਪੁਆਇਜ਼ਨ ਖਾਧੀ ਆ। ਅੱਛਾ, ਉਹ ਮਾਮਲੇ ਨੂੰ ਵੀ ਦਬਾਉਣ ਦੀ ਕੋਸ਼ਿਸ਼ ਕੀਤੀ ਗਈ? ਸਭ ਥਾਂ ਦਬਾਇਆ ਜੀ ਸਾਨੂੰ ਤਾਂ। ਜੇ ਮੈਂ ਅੱਜ ਵਰਗੀ ਹੁੰਦੀ ਨਾ, ਮੈਂ ਇਕੱਲੀ ਬਹੁਤ ਸੀ। ਉਦੋਂ ਮੈਨੂੰ ਪਤਾ ਕੁਛ ਨਹੀਂ ਸੀ। ਹੁਣ ਤਾਂ 15 ਸਾਲਾਂ 'ਚ ਮੈਂ ਬਹੁਤ ਕੁਝ ਸਿੱਖ ਗਈ, ਬਹੁਤ ਕੁਛ। ਉਸ ਤੋਂ ਬਾਅਦ ਫਿਰ ਕਿਸ ਤਰ੍ਹਾਂ ਕਾਰਵਾਈ ਤੁਸੀਂ ਅੱਗੇ ਲਿਆਂਦੀ? ਇਹ ਬਹੁਤ ਵੱਡੀ ਲੜਾਈ ਲੜੀ ਤੁਸੀਂ। ਉਸ ਦਿਨ ਅਗਲੇ ਦਿਨ ਪੁਲਿਸ ਵਾਲੇ ਆਏ, ਕਹਿੰਦੇ ਤੁਹਾਨੂੰ ਡੈਡ ਬੋਡੀ ਨਹੀਂ ਮਿਲਣੀ ਤੇ ਤੁਸੀਂ ਸਾਈਨ ਕਰ ਦਿਓ। ਮੈਂ
ਮਤਲਬ ਹਾਲਤ ਠੀਕ 'ਚ ਨਹੀਂ ਪਈ ਸੀ। ਮੇਰੇ ਫਾਦਰ ਸਾਹਿਬ ਪੁੱਤਰ ਸਾਈਨ ਕਰਦੇ, ਮੈਂ ਟੇਢੇ ਵਿੰਗੇ ਜਿਵੇਂ ਜੋ ਹੋਏ ਮੈਂ ਉਹ ਸਾਈਨ ਕਰਤੇ ਪਈ ਨੇ। ਖਾਲੀ ਪੇਪਰ ਸੀ, ਉਹਨਾਂ ਤੇ ਕੁਝ ਨਹੀਂ ਸੀ ਲਿਖਿਆ। ਤੇ ਸਾਨੂੰ ਵੀ ਇਹ ਨਹੀਂ ਸੀ ਵੀ ਖਾਲੀ ਪੇਪਰ ਜੋ ਲਿਖਣਾ ਲਿਖ ਲੈਣ, ਹੁਣ ਤਸਰੀਰ ਹੀ ਮਿਲਣਾ ਉਹ ਮਿਲ ਜਾਣਾ। ਤੇ ਸਾਨੂੰ ਇੰਨਾ ਨਹੀਂ ਸੀ ਪਤਾ ਵੀ ਅਸੀਂ, ਉਹ ਕਹਿੰਦੇ ਕੀ ਕਿਨੇ ਕਿਵੇਂ ਖਾਧੀ ਸਰਵਾਸ, ਅਸੀਂ ਅੰਦਰ ਗਏ ਤੇ ਅੰਦਰ ਖਾ ਲਈ। ਮੇਰੇ ਫਾਦਰ ਸਾਹਿਬ ਨੇ ਗੱਲ ਕੀਤੀ, ਮੈਂ ਤਾਂ ਉਹਨਾਂ ਨਾਲ ਕੋਈ ਬਹੁਤੀ ਗੱਲ ਕਰ ਹੀ ਨਹੀਂ ਪਾਈ। ਬੇਟਾ ਛੋਟਾ ਸੀਗਾ, +2 ਕੀਤੀ ਸੀ, ਬੇਟੀ ਆ, ਉਹਨੇ ਵੀ ਉਹ ਵੀ ਕੀ ਕਰੇ ਇੱਕਦਮ, ਜਿਹਦੇ ਪਰਿਵਾਰ ਤੇ 5 ਮਿੰਟ ਸਭ ਖਤਮ ਹੋ ਜਾਂਦਾ, ਉਹਦੇ ਲਈ ਬਹੁਤ ਔਖਾ ਹੁੰਦਾ। ਉਸ ਤੋਂ ਬਾਅਦ ਉਹਨਾਂ ਨੇ ਕੇਸ ਠੱਪ ਕਰਤਾ। ਇਹ ਤਾਂ ਸ਼ੁਕਰਗੁਜ਼ਾਰ ਹਾਂ ਵੀ ਮਹਿਕਮੇ ਵਾਲਿਆਂ ਨੇ 2 ਮੈਂਬਰੀ ਕਮੇਟੀ ਤਿਆਰ ਕੀਤੀ, ਉਹ ਹਰਪ੍ਰੀਤ ਸਿੰਘ ਸਿੱਧੂ ADGP ਤੇ ਮਨਸਵੀ ਕੌਰ, ਉਹਨਾਂ ਨੇ ਦੁਆਰੇ ਸਾਰਾ ਕੇਸ ਚਲਾਇਆ। ਉਹਨਾਂ ਨੇ ਸਾਰੀ ਇਨਕੁਆਇਰੀ ਕੀਤੀ, ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕੀਤਾ। ਜੇ ਉਹ ਨਾ ਹੁੰਦੇ ਅੱਜ ਅਸੀਂ ਹੁੰਦੇ ਨਾ। ਉਹਨਾਂ ਨੇ ਬੜੀ ਕਲੀਅਰ ਰਿਪੋਰਟ ਕੀਤੀ। ਫਿਰ ਉਹ ਰਿਪੋਰਟ ਕੌਣ ਫੜੇਗੀ ਉਹਦੇ ਵਿੱਚ ਫਿਰ? ਉਹਦੇ 'ਚ ਅਮਨਦੀਪ ਕੌਰ, SP? SP ਅਮਨਦੀਪ ਕੌਰ, ਰਜਿੰਦਰ ਗੋਪੀ ਤੇ ਹਰਵਿੰਦਰ ਉਹਦਾ ਰੀਡਰ ਤੇ ਪਰਮਜੀਤ ਤੇ ਰਜੀਵ ਸੋਧ, 5 ਜਾਣੇ ਸੀ। ਤੇ ਇਸ ਵੇਲੇ ਸੁਣਨ ਜਾਏ ਕੁਝ ਕਈ ਮੈਂ ਕਿ 1-2 ਜਣਾਂ ਦੀ ਡੈਥ ਵੀ ਹੋ ਚੁੱਕੀ ਹੈ। ਹਾਂ, ਜਿਹੜਾ ਟਰੱਕ ਦਾ ਮਾਲਕ ਰਜੀਵ ਸੀ ਉਹਦੀ ਡੈਥ ਹੋ ਗਈ ਤੇ ਉਹ ਰੀਡਰ ਦੀ ਵੀ ਡੈਥ ਹੋ ਗਈ। ਤੇ 15 ਸਾਲ ਬਾਅਦ ਏਡੀ ਵੱਡੀ ਹਾਦਸਾ ਹੋਇਆ ਤੇ 3 ਸਾਲ ਦੀ ਸਜ਼ਾ, ਉਹ ਤੁਹਾਨੂੰ ਕਿੱਦਾਂ, ਹੁਣ ਤੁਸੀਂ ਅੱਗੇ ਕੀ ਕਾਰਵਾਈ ਕੀਤੀ? ਅੱਗੇ ਮੈਂ ਹਾਈ ਕੋਰਟ ਕੇਸ ਪਾਇਆ ਜੀ। ਮਤਲਬ ਕੱਲ ਹੀ ਮੈਂ ਇੱਕ ਛੋਟੀ ਜੀ, ਮੈਂ ਕਹਿ ਰਹੀ ਜਦ ਕੱਲ ਮੈਂ ਇੱਕ ਛੋਟੀ ਜੀ ਬੱਚੀ ਦਾ ਦੇਖਿਆ, ਜੇ 18 ਮਹੀਨੇ ਤੇ ਰੇਪ ਹੋਇਆ, ਉਹਨੂੰ ਕੀ ਕਰਨਗੇ? ਕੁਛ ਨਹੀਂ ਕਰਨਗੇ, ਕੁਛ ਵੀ ਨਹੀਂ ਕਰਨਗੇ। ਇਵੇਂ ਜੇ ਮੇਰੇ ਕੇਸ 'ਚ ਸਜ਼ਾ ਜ਼ਿਆਦਾ ਦਿੰਦੇ ਤਾਂ 2 ਅਫਸਰ ਡਰਦੇ। ਅਫਸਰਾਂ ਨੂੰ ਕੀ ਪਤਾ ਵੀ ਨਾਲ ਦੀ ਨਾਲ ਅਸੀਂ ਸਸਪੈਂਡ ਹੋ ਕੇ ਨਾਲ ਹੀ ਬਹਾਲ ਹੋ ਕੇ ਫਿਰ ਡਿਊਟੀ ਤੇ ਕਰ ਲੈਣਾ, ਉਹਨੂੰ ਕੋਈ ਫਰਕ ਨਹੀਂ ਪੈਂਦਾ। ਜਿਹਦਾ ਮਰ ਜਾਂਦਾ ਉਹਦਾ ਮਰ ਜਾਂਦਾ, ਇਹਨਾਂ ਨੂੰ ਕੋਈ ਫਰਕ ਨਹੀਂ। ਤੇ ਤੁਹਾਨੂੰ ਧਮਕੀਆਂ ਵੀ ਮਿਲ ਰਹੀਆਂ ਨੇ ਕਿ ਆ ਜਿਹੜਾ ਤੁਸੀਂ ਹਾਈ ਕੋਰਟ 'ਚ ਨਾ ਜਾਓ, ਇਸ ਤਰ੍ਹਾਂ ਦੀ ਗੱਲ ਹੈ ਕੋਈ? ਹਾਂ, ਕਿਉਂ ਨਹੀਂ ਹੈ। ਮੇਰੇ ਤੇ ਹੁਣੇ ਹੀ ਐਪਲੀਕੇਸ਼ਨਾਂ ਮੈਂ ਕਿੰਨੀਆਂ ਦੇ ਕੇ ਹਟੀਆਂ। ਉਹਦੇ ਮੈਂ ਸਬਜ਼ੀ ਮੰਡੀ ਗਈ ਸੀ, ਉੱਥੇ ਵੀ ਮਤਲਬ ਮੂੰਹ ਬੰਨਿਆ ਸੀ, ਮੈਨੂੰ ਬਿਲਕੁਲ SP ਲੱਗਦੀ ਸੀ। ਤੇ ਜਿਹੜਾ ਜੀ ਰਜਿੰਦਰ ਗੋਪੀ ਹੈ ਤੇ ਉਹਦੀ ਅੱਖਾਂ ਤੋਂ ਪਹਿਚਾਣ ਆਉਂਦੇ ਵੀ ਰਜਿੰਦਰ ਗੋਪੀ, ਮੂੰਹ ਤਾਂ ਸਾਰਿਆਂ ਨੇ ਬੰਨੇ ਹੋਏ ਸੀਗੇ। ਤੇ ਉਹਦੇ ਵੀ ਮੈਨੂੰ ਸਬਜ਼ੀ ਮੰਡੀ ਘੇਰਿਆ ਤੇ ਪਰਸੋਂ ਵੀ ਮੇਰੀਆਂ ਗੱਡੀਆਂ ਭੰਨ ਕੇ ਗਏ ਬਾਹਰ 'ਚ। ਇਹ ਕਦੋਂ ਦੀ ਵਾਰਦਾਤ ਹੈ? ਪਰਸੋਂ ਦੀ? ਇਹ ਹੈਗੀ 10 ਦੀ ਰਾਤ ਦੀ, 11 ਦੀ ਸਵੇਰ, 4:15 ਦੀ। ਮੇਰੇ ਕੋਲ ਹੈ ਸਾਰੀ ਆਹ ਫੁਟੇਜ ਹੈ, ਸਭ ਕੁਝ ਹੈ, ਮੈਂ ਤੁਹਾਨੂੰ ਦੇ ਵੀ ਦਿੰਨੀ ਆ। ਤੇ ਤੁਸੀਂ ਇਸ ਬਾਬਤ ਕੰਪਲੇਂਟ ਕੀਤੀ ਜਦੋਂ ਆ ਗੱਡੀਆਂ ਦੀ ਭੰਨਤੋੜ ਕੀਤੀ ਗਈ? ਮੈਂ 112 ਤੇ ਕੰਪਲੇਂਟ ਕੀਤੀ ਸੀਗੀ। ਆ ਗਏ ਸੀ ਪੁਲਿਸ ਵਾਲੇ, ਉਹ ਕਹਿੰਦੇ ਠੀਕ ਆ ਤੁਸੀਂ ਲਿਖ ਕੇ ਦੇ ਦਿਓ। ਤਾਂ ਮੈਂ ਲਿਖ ਕੇ ਦਿੱਤਾ, ਹੁਣ ਮੈਂ ਕਰ ਰਹੀ ਹਾਂ ਸਾਰੇ ਕੰਪਲੀਟ। ਤੇ ਬੱਚੇ ਇਸ ਵੇਲੇ ਤੁਹਾਡੇ ਕਿੱਥੇ ਨੇ? ਤੁਹਾਡੇ ਨਾਲ ਹੀ ਰਹਿ ਰਹੇ? ਬੱਚੇ ਨਹੀਂ, ਮੇਰੇ ਬੱਚੇ ਬਾਹਰ ਆ ਫੋਰਨ। ਬੇਟੀ ਉਹ ਆਈ ਹੋਈ 1 ਮਹੀਨੇ ਲਈ ਤੇ ਫਿਰ 1 ਮਹੀਨੇ ਬਾਅਦ ਇਹਨਾਂ ਨੇ ਚਲੇ ਜਾਣਾ। ਮੁਸ਼ਕਿਲ ਨਹੀਂ ਲੱਗਦਾ ਹੈ? ਇਕੱਲੇ ਉਹ ਬੱਚਿਆਂ ਨੂੰ ਤੁਸੀਂ ਬਾਹਰ ਭੇਜਤਾ ਕਿ ਲੜਾਈ ਬੜੀ ਵੱਡੀ ਸੀ, ਬੱਚਿਆਂ ਨੂੰ ਨਾਲ ਰਹਿਣਾ ਚਾਹੀਦਾ ਸੀ। ਬੱਚੇ ਜਦੋਂ ਮੇਰੇ ਹਸਬੈਂਡ ਸੀਗੇ, ਮੇਰਾ ਕੇਸ ਬਾਹਰ ਦਾ ਆ ਗਿਆ ਸੀ, ਮੇਰੇ ਬ੍ਰਦਰ ਨੇ ਮੇਰਾ ਅਪਲਾਈ ਕੀਤਾ ਸੀਗਾ, ਉਹ ਕੇਸ ਆ ਗਿਆ। ਕਦੋਂ ਵੈਕਸੀਨ ਉਹਨਾਂ ਦੇ ਵੀ ਲੱਗ ਗਈ ਸੀਗੀ। ਜਦੋਂ ਉਹਨਾਂ ਨੇ ਡੈਥ ਤੋਂ ਬਾਅਦ ਸਾਡਾ ਕੇਸ ਫਿਰ ਨਿਕਲਿਆ ਆਇਆ। ਅਸੀਂ ਜਾਣੇ ਸੀ ਬਾਹਰ, ਬੱਚਿਆਂ ਨੂੰ ਛੱਡ ਕੇ ਆਉਣਾ ਸੀ। ਅਸੀਂ ਤਾਂ ਬੜੇ ਵਧੀਆ ਸੀ, ਬੇਟੀ ਨੇ ਡਾਕਟਰੀ ਕਰ ਲਈ ਸੀ, ਬੇਟੀ ਦੀ ਮੈਰਿਜ ਦੀ ਸੋਚਦੇ ਸੀ, ਬੇਟੇ ਨੇ +2 ਕਰ ਲਈ ਸੀ। ਤਾਂ ਅਸੀਂ ਤਾਂ ਸਰਦਾਰ ਜੀ ਦੀ ਪ੍ਰਮੋਸ਼ਨ ਹੋਣੀ ਸੀ, ਅਸੀਂ ਬੜੇ ਖੁਸ਼ ਸੀਗੇ। ਸਾਨੂੰ ਤਾਂ ਇੱਕਦਮ ਹੀ ਇੰਨਾ ਹੋ ਗਿਆ, ਪਤਾ ਹੀ ਨਹੀਂ ਚੱਲਿਆ ਕੀ ਤਾਂ ਕੀ ਬਣ ਗਿਆ। ਮੈਮ ਕਹਿ ਸਕਦੇ ਕਿ ਇਮਾਨਦਾਰੀ ਦਾ ਇਹ ਸਜ਼ਾ ਹੀ ਮਿਲੀ ਹੈ, ਇਮਾਨਦਾਰੀ ਦੀ? ਬਿਲਕੁਲ 100% ਇਮਾਨਦਾਰੀ ਦੀ ਸਜ਼ਾ ਮਿਲੀ ਹੈ। ਇਮਾਨਦਾਰ ਨਾ ਹੁੰਦੇ ਤਾਂ ਵਧੀਆ ਹੁੰਦੇ, ਮੈਂ ਤਾਂ ਕਹਿੰਦੀ ਹਾਂ। ਆ ਹੁਣ ਸਾਡੇ ਇੱਕ ETO ਨੇ ਵਿਜੀਲੈਂਸ ਵਾਲੇ ਫੜਾਏ, ਮੈਂ ਬਹੁਤ ਖੁਸ਼ ਹਾਂ। ਇਹਨਾਂ ਨੂੰ ਵੀ ਵਿਜੀਲੈਂਸ ਵਾਲਿਆਂ ਨੂੰ ਲੱਗਦਾ ਸਾਡੇ ਉੱਪਰ ਕੋਈ ਵੀ ਨਹੀਂ ਹੈਗਾ, ਤੇ ਮੈਂ ਬਹੁਤ ਖੁਸ਼ ਹਾਂ ਉਹਨਾਂ ਤੋਂ ਵੀ ਉਹਨਾਂ ਨੇ ਫੜਾਇਆ ਵੀ ਹਾਂ ਤੁਹਾਨੂੰ ਵੀ ਕੋਈ ਪੜਾ ਸਕਦਾ, ਤੁਹਾਡੇ ਉੱਪਰ ਵੀ ਕੋਈ ਬੈਠਾ। ਪਰ ਵਿਜੀਲੈਂਸ ਵਾਲੇ ਜਿੰਨਾ ਕਿਸੇ ਦਾ ਮਾੜਾ ਕਰਦੇ ਕੋਈ ਕਰਦਾ ਨਹੀਂ। ਜਿੱਥੇ ਮਰਜ਼ੀ ਦੇਖ ਲਓ, ਇਹ ਝੂਠੀ, ਮੈਨੂੰ ਲੱਗਦਾ 100 'ਚੋਂ 50% ਇਹ ਝੂਠੀਆਂ ਕਰਦੇ ਆ ਗਲਤੀਆਂ। ਤੇ ਹੁਣ ਤੁਹਾਡਾ ਕੀ ਅਗਲਾ ਰਹੇਗਾ? ਲੜਾਈ ਜਾਰੀ ਰਹੇਗੀ ਜਦੋਂ ਤੱਕ ਧਮਕੀਆਂ ਵੀ ਮਿਲ ਰਹੀਆਂ? ਬਿਲਕੁਲ ਜੀ, ਲੜਾਈ ਤਾਂ ਹੀ ਜਾਰੀ ਰਹੂਗੀ। ਮੈਂ ਨਹੀਂ ਬਖਸ਼ਦੀ, ਕਿਸੇ ਨਾਲ ਬਖਸ਼ੇ ਜਾ ਠੀਕ ਹੈ, ਮੈਂ ਬਖਸ਼ ਦਿੰਦੀ, ਮਾफ़ ਕਰ ਦਿੰਦੀ ਜੇ ਬੰਦੇ ਤੋਂ ਗਲਤੀ ਹੋਈ। ਇਹਨਾਂ ਜਾਣ ਬੁੱਝ ਕੇ ਗਲਤੀ ਕੀਤੀ ਹੈ, ਮਾफ़ ਉਹਨੂੰ ਕੀਤਾ ਜਾਂਦਾ ਜਿਹਨੇ ਗਲਤੀ ਕੀਤੀ ਹੈ। ਇਹਦਾ ਪਤਾ ਸੀ, ਨਾਲ ਮੇਰੇ ਹਸਬੈਂਡ ਨੇ ਬਾਰ-ਬਾਰ ਕਿਹਾ ਸੀ ਵੀ ਤੁਸੀਂ ਮੇਰਾ ਪਤਾ ਕਰ ਲਓ, ਘੰਟਾ 2 ਘੰਟੇ 'ਚ ਪਤਾ ਕਰ ਲੈਂਦੇ। ਤੇ ਕਿਸ ਤਰ੍ਹਾਂ ਦਾ ਨਿਆਂ ਦੀ ਮੰਗ ਕਰਦੇ ਹੋ ਤੁਸੀਂ? ਕਿਸ ਤਰ੍ਹਾਂ ਨਿਆਂ ਚਾਹੁੰਦੇ ਹੋ? ਕਿਉਂਕਿ ਤੁਸੀਂ ਕਿਹਾ 3 ਸਾਲ ਦੀ ਸਜ਼ਾ ਲਈ ਤੁਸੀਂ ਸੰਤੁਸ਼ਟ ਨਹੀਂ ਹੋ, ਕਿੱਦਾਂ ਦਾ ਨਿਆਂ ਚਾਹੁੰਦੇ ਤੁਸੀਂ? ਮੈਂ ਤਾਂ ਇਹ ਚਾਹੂੰਗੀ ਮੌਤ ਦੀ ਸਜ਼ਾ ਮੌਤ ਹੀ ਹੋਣੀ ਚਾਹੀਦੀ ਹੈ ਜੀ। ਮੇਰੇ ਹਸਬੈਂਡ ਨੇ ਕਦੇ ਚਾਹ ਨਹੀਂ ਸੀ ਪੀਤੀ, ਉਹਨਾਂ ਨੇ ਸਲਵਾਸ ਕਿਵੇਂ ਪੀਤੀ ਹੋਊਗੀ ਤੁਸੀਂ ਕਦੇ ਅੰਦਾਜ਼ਾ ਲਾ ਸਕਦੇ ਹੋ। ਸਾਰੀ ਜ਼ਿੰਦਗੀ 'ਚ ਉਹਨਾਂ ਨੇ 4-5 ਕੱਪ ਚਾਹ ਪੀਤੇ ਹੋਣੇ। ਸ਼ਰਾਬ ਤਾਂ ਉਹਨਾਂ ਨੇ ਪੀਣੀ ਕੀ ਸੀ, ਤੇ ਸ਼ਰਾਬ ਮੈਂ ਕਹਿੰਦੀ 4 ਦਿਨ ਸ਼ਰਾਬ ਹੀ ਪੀ ਲੈਂਦੇ। ਇਹ ਕਿਵੇਂ ਪੀ ਕੇ ਉਹਨਾਂ ਨੇ ਗੁਜ਼ਾਰਾ ਕੀਤਾ ਹੋਊ, ਕਿਸ ਤਰ੍ਹਾਂ ਉਹਨੇ ਸੋਚਿਆ ਹੋਊ ਉਸ ਟਾਈਮ ਤੇ, ਉਹਨਾਂ ਦੇ ਦਿਮਾਗ ਤੇ ਕਿੰਨਾ ਪ੍ਰੈਸ਼ਰ ਹੋਊ ਤੁਸੀਂ ਅੰਦਾਜ਼ਾ ਲਾ ਸਕਦੇ।
ਵੀ ਜਿਹੜੇ ਬੰਦੇ ਨੇ ਕਦੀ ਮਤਲਬ ਜਦੋਂ ਫਲਾਈਂਗ ਤੇ ਜਾਂਦੇ ਸੀ ਘਰੋਂ ਪਾਣੀ ਰੋਟੀ ਸਾਰਾ ਕੁਝ ਘਰੋਂ ਜਾਂਦਾ ਸੀ। ਮੇਰੇ ਗਨਮੈਨ ਉਹਨਾਂ ਤੋਂ ਪੁੱਛ ਲਓ ਵੀ ਉਹ ਸਾਰੇ ਗਨਮੈਨ ਕੋਈ 5 ਸਾਲ ਰਿਹਾ ਕੋਈ 4 ਸਾਲ ਰਿਹਾ ਐਦਾਂ ਹੀ ਨਾਲ ਰਹੇ ਆ, ਤੇ ਉਹਨਾਂ ਤੋਂ ਪੁੱਛ ਲਓ ਸਾਡਾ ਖਾਣਾ ਘਰੋਂ ਜਾਂਦਾ ਸੀ। ਤੇ ਜੁਡੀਸ਼ਰੀ ਤੇ ਭਰੋਸਾ ਹੈਗਾ? ਭਰੋਸਾ ਤਾਂ ਹੈਗਾ ਪਰ ਸਜ਼ਾ ਤਾਂ ਦੇਣ। ਇਹ ਤਾਂ ਭਰੋਸਾ ਵੀ ਜ਼ਰੂਰ ਉਹਨੂੰ ਸਜ਼ਾ ਦੇਣਗੇ ਪਰ ਸਜ਼ਾ ਤਾਂ ਦੇਣ। ਇਸੇ ਕਰਕੇ ਕ੍ਰਾਈਮ ਜ਼ਿਆਦਾ ਵਧਿਆ ਹੋਇਆ ਨਾ, ਵੀ ਸਜ਼ਾ ਤਾਂ ਮਿਲਦੀ ਨਹੀਂ। ਅਗਲਾ ਉਹਨੂੰ ਸਜ਼ਾ ਕੀ ਮਿਲੀ? ਵੇਲ ਲੈ ਕੇ ਤਾਂ 2 ਘੰਟਿਆਂ ਬਾਅਦ ਵੇਲ ਬਾਹਰ ਆ ਗਈ, ਉਹਨੂੰ ਸਜ਼ਾ ਕਹਿੰਦੇ ਤੁਸੀਂ? ਹੁਣ ਔਨ ਜੌਬ ਨਹੀਂ ਇਸ ਵੇਲੇ? ਔਨ ਜੌਬ ਹੈ, ਔਨ ਜੌਬ ਹੈ। ਮੈਂ ਲੈਟਰ ਵੀ ਪਾਈ ਵੀ ਉਹਦੇ ਜੌਬ ਦਾ ਡਿਸਮਿਸ ਨਹੀਂ ਕੀਤੀ। ਤੇ ਤੁਸੀਂ ਮੁੱਖ ਮੰਤਰੀ ਬੜੇ ਇਮਾਨਦਾਰ ਹੈਗੇ ਨੇ ਇਸ ਵੇਲੇ, ਉਹਨਾਂ ਤੱਕ ਅਪਰੋਚ ਕੀਤੀ ਤੁਸੀਂ? ਮੈਂ ਲੈਟਰ ਪਾਈ ਹੈ, ਮੈਂ ਖੁਦ ਗਈ ਨਹੀਂ, ਮੈਂ ਲੈਟਰਾਂ ਪਾਈਆਂ ਹੋਈਆਂ। ਲੈਟਰ ਦਾ ਹਜੇ ਮੈਨੂੰ ਕੋਈ ਜਵਾਬ ਨਹੀਂ ਆਇਆ, ਪਰ ਮੈਂ ਹੁਣ ਇਹੀ ਕਹਿੰਦੀ ਹਾਂ ਵੀ ਮੇਰੀ ਜ਼ਰੂਰ ਪਲੀਜ਼ ਸੁਣੀ ਜਾਵੇ। ਜੇ ਸਾਡੇ ਚੈਨਲ ਨੇ ਕੋਈ ਮੈਸੇਜ ਦੇਣਾ ਚਾਹੋ ਸੀਐਮ ਸਾਹਿਬ ਨੂੰ, ਕੀ ਕਹਿਣਾ ਚਾਹੋਗੇ? ਮੈਂ ਤਾਂ ਇਹੀ ਕਹੂੰਗੀ ਪਲੀਜ਼ ਮੇਰੀ ਹੈਲਪ ਕਰੋ, ਮੇਰੀ ਸੁਣੋ। ਤੁਸੀਂ ਭੈਣਾਂ ਦਾ ਇੰਨਾ ਕਰ ਦਿਓ, ਮੇਰੀ ਵੀ ਸੁਣੋ, ਮੇਰੀ ਵੀ ਹੈਲਪ ਕਰੋ। ਮੈਨੂੰ ਸਿਕਿਉਰਿਟੀ ਦਿੱਤੀ ਜਾਵੇ। ਜੇ ਮੈਂ ਮਰ ਜਾਂਦੀ ਹਾਂ ਜਾਂ ਕੁਝ ਹੋ ਜਾਂਦਾ ਤਾਂ ਜ਼ਿੰਮੇਵਾਰ ਸਰਕਾਰ ਹੀ ਹੋਊਗੀ, ਉਹ ਤਾਂ ਕੋਈ ਨਹੀਂ ਹੋਊ। ਜੇ ਤੁਹਾਡੇ ਹੁਣ ਦੁਬਾਰਾ ਕੋਈ ਅਟੈਕ ਹੁੰਦਾ ਕਿ ਤੁਸੀਂ ਬਾਈ ਨੇਮ ਕਹਿ ਸਕਦੇ ਹੋ ਕਿ ਇਹ ਬੰਦੇ ਇਨਵੋਲਵ ਰਹੇ ਹੋਣਗੇ? ਨਹੀਂ, ਮੈਂ ਤਾਂ ਸ਼ਰੇਆਮ ਕਹਿੰਦੀ ਵੀ ਐਸਪੀ ਤੋਂ ਬਿਨਾਂ, ਐਸਪੀ ਅਮਨਦੀਪ ਬਿਨਾਂ ਤੇ ਰਜਿੰਦਰ ਗੋਪੀ ਨੇ ਬਿਨਾਂ ਮੇਰੀ ਕਿਸੇ ਨਾਲ ਦੁਸ਼ਮਣੀ ਨਹੀਂ, ਬਿਲਕੁਲ ਵੀ ਦੁਸ਼ਮਣੀ ਨਹੀਂ। ਮੈਂ ਤਾਂ ਕਿਸੇ ਨਾਲ ਲੜ ਕੇ ਨਹੀਂ ਕਦੇ ਦੇਖਿਆ, ਇਹੀ ਦੁਸ਼ਮਣੀ ਮੇਰੀ, ਹੋਰ ਤਾਂ ਕੋਈ ਨਹੀਂ ਹੈਗੀ। ਕੱਲ ਨੂੰ ਰੱਬ ਨਾ ਕਰੇ ਤੁਹਾਨੂੰ ਕੁਝ ਹੋਏ ਤੇ ਜ਼ਿੰਮੇਵਾਰ ਇਹ ਜਾਣੇ ਹੋਣਗੇ? ਹਾਂ, ਐਸਪੀ ਅਮਨਦੀਪ ਕੌਰ, ਰਜਿੰਦਰ ਗੋਪੀ ਤੇ ਪਰਮਜੀਤ ਤਿੰਨੇ ਜ਼ਿੰਮੇਵਾਰ ਹੋਣਗੇ। ਹੁਣ ਇਹ ਤਿੰਨੇ ਜਿੰਦੇ ਤਿੰਨੇ ਹੀ ਹੋਣਗੇ। ਸੋ ਤੁਸੀਂ ਦੇਖਿਆ ਕਿ ਇਮਾਨਦਾਰੀ ਦੀ ਸਜ਼ਾ ਕੀ ਭੁਗਤ ਰਹੇ ਨੇ। ਉਹਨਾਂ ਵੱਲੋਂ ਰਣਜੀਤ ਸਿੰਘ ਜੀ ਵੱਲੋਂ ਤਾਂ ਸੁਸਾਈਡ ਕਰ ਲਈ ਗਈ, ਪਰ ਪਰਿਵਾਰ ਦਾ ਪਿੱਛੇ ਕੀ ਹਾਲ ਹੈ ਤੁਸੀਂ ਦੇਖ ਸਕਦੇ ਹੈਗੇ ਹੋ। ਪਰ ਮਨਜੀਤ ਕੌਰ ਜੀ ਨੇ ਕਿਹਾ ਕਿ ਲੜਾਈ ਲੜੂੰਗੀ, ਕਿ 15 ਸਾਲ ਬਾਅਦ ਜੋ ਇਨਸਾਫ ਮਿਲਿਆ, 3 ਸਾਲ ਦੀ ਸਜ਼ਾ 2 ਘੰਟੇ ਬਾਅਦ ਬੇਲ ਕਰ ਦਿੱਤੀ ਗਈ, ਔਨ ਜੌਬ ਰਹਿ ਗਏ ਨੇ। ਤੇ ਤੁਹਾਨੂੰ ਕੀ ਲੱਗਦਾ, ਇੱਕ ਵਾਰ ਕਮੈਂਟ ਜ਼ਰੂਰ ਦੱਸਿਓ ਕਿ ਇਹ ਕਿਆ ਜੁਡੀਸ਼ਰੀ ਵੱਲੋਂ ਨਿਆਂ ਹੈਗਾ ਜਾਂ ਇਹਨਾਂ ਦੀ ਕਿਆ ਨਿਆਂ ਹੋਣਾ ਚਾਹੀਦਾ ਹੈ, ਕਿਉਂਕਿ ਇਹਨਾਂ ਵੱਲੋਂ ਕਿਹਾ ਗਿਆ ਕਿ ਮੌਤ ਦੀ ਸਜ਼ਾ ਮੌਤ ਦੇ ਬਰਾਬਰ ਹੀ ਹੋਣੀ ਚਾਹੀਦੀ ਹੈ। ਤੇ ਤੁਸੀਂ ਸਾਰੀ ਗੱਲਬਾਤ ਸੁਣੀ ਹੈਗੀ ਹੈ, ਕੋਈ ਸਵਾਲ ਹੋਣ ਤਾਂ ਸਾਨੂੰ ਕਮੈਂਟ ਬਾਕਸ ਜ਼ਰੂਰ ਦੱਸਿਓ। ਕੈਮਰਾਮੈਨ ਬਲਵਿੰਦਰ ਆਰਿਆ ਦੇ ਨਾਲ ਰਿਤਿਸ਼ ਕੁਮਾਰ, ਚੈਨਲ ਸਤਰੰਗ।